आदाब, तुसी देख रहे हो नमस्ते पंजाब न्यूज़ प्रोग्राम सियासत गरम है लेके हाजिर हाँ मैं गीता सक्सेना। आज प्रोग्राम का विषय होगा मौजूदा कांग्रेस पार्टी। जी हाँ, मौजूदा पंजाब सरकार दे विच अचनचेत आए सियासी भूचाल बारे, मुख मंत्री दे अहुदे तो कैप्टन साहब का अस्तीफा देना, उस तो बाद हाई कमान दे वल्लों एक नवे चेहरे का ऐलान कर देना, फिर इन्ने घट समय दे विच हाई कमान वल्लों अपनी साख नूं बचाउण दे लई एक नवा पैंतड़ा खेड जाना। आखिर आने वाले समय दे विच कितना क कामयाब साबित होंदा है फॉर्मूला। अजिहियां तमाम गल्लां बारे चर्चा होवेगी प्रोग्राम सियासत गरम है दे विच। तुसीं वेख रहे हो प्रोग्राम सियासत गरम है ते मेरे नाल ने हमेशा की तरह इंजीनियर पवनदीप शर्मा जी। पवनदीप जी, बहुत बहुत स्वागत है तुहाडा। धन्यवाद जी। नमस्ते पंजाब टीवी देख रहे तमाम दर्शकों को मेरी प्यार भरी सत श्री अकाल। पवनदीप जी, आखिरकार एक लंबी विचार चर्चा तो बाद कांग्रेस हाई कमान दे वालों एक सियासी पत्ता खेडते हुए पंजाब नूं एक नवा सीएम चरणजीत सिंह चन्नी जी दे वजों दे दिता गया है, जो कि एक दलित समाज नाल संबंधित ने। सो पहली बार अजिहा होया कि पंजाब के इतिहास दे विच एक दलित चेहरा पंजाब नूं मिलिया है। सो इसका की प्रभाव पवेगा आने वाली चोणां दे विच? करंट सिनेरियो असीं देख पा रहे हैं, इस दे विच सब तो वड्डी गल है पंजाब सरकार ने दलित चेहरा जिहड़ा सामने लैके आउंदा लोकां दे, ਉਹਦੇ ਵਿੱਚ एक दलित कार्ड खेडਣ ਦੀ ਕੋਸ਼ਿਸ਼ ਇਹਨਾਂ ਨੇ ਕੀਤੀ ਹੈ। ਪੋਲੀਟੀਕਲ ਪਾਰਟੀ ਸਮੇਂ-ਸਮੇਂ ਸਿਰ ਆਪਣੇ ਕਾਰਡਸ ਚਲਾਉਂਦੀਆਂ ਨੇ, ਜੱਟ ਚਿਹਰਾ, ਸਿੱਖ ਚਿਹਰਾ, ਕਦੀ ਕੋਈ ਚਿਹਰਾ, ਕਦੀ ਕਿਸੇ ਜਾਤ ਪਾਤ ਨੂੰ ਮੁੱਖ ਰੱਖ ਕੇ। ਪਰ ਇਹ ਸਮਝਦੇ ਹੈ ਕਿ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਐਸੀ ਵੋਟ ਹੈਗੀ ਆ। ਸੋ ਐਸੀ ਕਾਡਰ ਨੂੰ ਸੈਟੀਸਫਾਈ ਕਰਨ ਲਈ, ਐਸੀ ਵੋਟ ਨੂੰ ਆਪਣੇ ਵੱਲ ਤੇ ਉਹਨਾਂ ਦਾ ਧਿਆਨ ਖਿੱਚਣ ਲਈ ਐਸੀ ਵੋਟ ਵੱਲ ਸਾਰਾ ਫੋਕਸ ਕਰਦੇ ਹੋਏ ਉਹਨਾਂ ਨੇ ਇੱਕ ਐਸੀ ਸਿੱਖ ਚਿਹਰਾ ਜਿਹੜਾ ਪੰਜਾਬ ਦੀ ਮੁੱਖ ਮੰਤਰੀਸ਼ਿਪ ਦੇ ਲਈ ਅੱਗੇ ਲੈ ਕੇ ਆਂਦਾ, ਉਹ ਚਰਨਜੀਤ ਸਿੰਘ ਚੰਨੀ ਨੇ। ਔਰ ਅਸੀਂ ਦੇਖਿਆ ਕਿ ਜਿਵੇਂ ਕਹਿੰਦੇ ਨਾ ਕਿ ਹਾਦਸਾ ਇੱਕਦਮ ਨਹੀਂ ਹੋਤਾ, ਵਕਤ ਕਰਤਾ ਹੈ ਪਰਵਰਿਸ਼ ਬਰਸੋਂ। ਉਹ ਕਈ ਸਮੇਂ ਦੇ ਵਿੱਚ ਕਈ ਵਾਰ ਜਿਹੜਾ ਇੱਦਾਂ ਦੇ ਹਾਦਸੇ ਜਿਹੜੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਦਰਪੇਸ਼ ਹੋਇਆ ਹੈ। ਇਹਦੀ ਜਿਹੜੀ ਪਲੈਨਿੰਗ ਹੈ, ਇਹਦਾ ਸਿਨੈਰੀਓ ਦੀ ਸਟ੍ਰੈਟਜੀ ਜਿਹੜੀ ਹੈ ਪਿਛਲੇ ਸਮੇਂ ਦੇ ਵਿੱਚ ਹੀ ਲੀਡਰਾਂ ਨੇ ਬਣਾ ਲਈ ਸੀ। ਲੀਡਰਾਂ ਨੇ ਮੁੱਖ ਤੌਰ ਤੇ ਨਵਜੋਤ ਸਿੰਘ ਸਿੱਧੂ ਨੇ, ਤ੍ਰਿਪਤਿੰਦਰ ਸਿੰਘ ਬਾਜਵਾ ਨੇ ਔਰ ਸੁਖਜਿੰਦਰ ਰੰਧਾਵਾ ਤੋਂ ਲੈ ਕੇ ਇੱਦਾਂ ਦੇ ਸਾਰੇ ਜਿਹੜੇ ਲੀਡਰ ਸਨ, ਇਹ ਪਹਿਲਾਂ ਹੀ ਪਲੈਨਿੰਗਸ ਕਰਨੀਆਂ ਸ਼ੁਰੂ ਕਰ ਦਿੱਤੀਆਂ। ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਜੀ ਨੇ ਵੀ ਕਿਹਾ ਕਿ ਦਿੱਲੀ ਵਿੱਚ ਜਾ ਕੇ ਇਹਨਾਂ ਲੋਕਾਂ ਨੇ ਹਾਈ ਕਮਾਂਡ ਦੇ ਜਿਹੜੇ ਉਹ ਕੰਨ ਭਰਨੇ ਸ਼ੁਰੂ ਕਰ ਦਿੱਤੇ ਸਨ। ਸੋ ਪਵਨਦੀਪ ਜੀ, ਤੁਹਾਨੂੰ ਕੀ ਲੱਗਦਾ ਹੈ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਵਿਰੋਧੀ ਪਾਰਟੀਆਂ ਦੇ ਇਸ ਦਾ ਕੀ ਅਸਰ ਵੇਖਣ ਨੂੰ ਮਿਲੇਗਾ? ਦੇਖੋ, ਵਿਰੋਧੀ ਪਾਰਟੀਆਂ ਦਾ ਮਿਲਿਆ ਜੁਲਿਆ ਵਿਚਾਰਧਾਰਾ, ਉਹਨਾਂ ਦੇ ਪ੍ਰਤੀਕਰਮ ਜਿਹੜੇ ਉਹ ਸਾਹਮਣੇ ਤੇ ਆ ਰਹੇ ਹੈਗੇ ਨੇ। ਕੋਈ ਇਸ ਨੂੰ ਕਾਂਗਰਸ ਦਾ ਲਾਸ ਦੱਸ ਰਿਹਾ ਹੈਗਾ, ਕੋਈ ਇਸ ਨੂੰ ਕਾਂਗਰਸ ਦਾ ਫਾਇਦਾ ਦੱਸ ਰਿਹਾ। ਪਰ ਵਿਰੋਧੀ ਪਾਰਟੀਆਂ ਕਦੇ ਵੀ ਕਿਸੇ ਦੂਜੀ ਪਾਰਟੀ ਦੇ ਸਟੈਪਸ ਜਿਹੜੇ ਹੁੰਦੇ, ਇੰਟਰਨਲ ਪਾਰਟੀ ਮੈਟਰਸ ਹੁੰਦੇ, ਉਹਦੇ ਵਿੱਚ ਆਪਣਾ ਕੋਈ ਟੰਗ ਫਸਾਉਣ ਦੀ ਜ਼ਰੂਰਤ ਨਹੀਂ ਸਮਝਦੀਆਂ। ਉਹ ਕਿਸੇ ਵੀ ਹਾਲਾਤ ਦੇ ਵਿੱਚ ਆਪਣੇ ਆਪ ਦੀ ਮਜ਼ਬੂਤੀ ਹੀ ਦਰਸਾਉਂਦੀਆਂ ਨੇ, ਚਾਹੇ ਸ਼੍ਰੋਮਣੀ ਅਕਾਲੀ ਦਲ ਹੋਵੇ, ਚਾਹੇ ਆਮ ਆਦਮੀ ਪਾਰਟੀ ਹੋਵੇ, ਜਾਂ ਹੋਰ ਵੀ ਕੋਈ ਪਾਰਟੀ, ਚਾਹੇ ਉਹ ਬੀਜੇਪੀ ਹੋਵੇ। ਜਿਸ ਤਰ੍ਹਾਂ ਕਿ ਭਾਰਤੀ ਜਨਤਾ ਪਾਰਟੀ ਨੇ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਖੁੱਲ੍ਹਾ ਸੱਦਾ ਦਿੱਤਾ ਕਿ ਆਓ ਸਾਡੇ ਨਾਲ ਆਓ ਔਰ ਪੰਜਾਬ ਦੀ ਕਮਾਨ ਨੂੰ ਸੰਭਾਲੋ। ਸੋ ਇਸ ਕਰਕੇ ਕੋਈ ਵੀ ਜਿਹੜੀਆਂ ਰਾਜਨੀਤਿਕ ਪਾਰਟੀਆਂ ਹੁੰਦੀਆਂ ਉਹਨਾਂ ਦੇ ਵਾਸਤੇ ਇੱਕ ਸੀਜ਼ਨਲ ਤਮਾਸ਼ਾ ਹੁੰਦਾ। ਰਾਜਨੀਤੀ ਦੇ ਵਿੱਚ ਦਿਨ ਕਦੀ ਇੱਕੋ ਜਿਹੇ ਨਹੀਂ ਰਹਿੰਦੇ, ਉਤਾਰ ਚੜ੍ਹਾਅ ਜ਼ਿੰਦਗੀ ਦੇ ਵਿੱਚ ਬਣਿਆ ਹੀ ਹੋਇਆ। ਹੁਣ ਕੈਪਟਨ ਅਮਰਿੰਦਰ ਸਿੰਘ ਨੇ ਵੀ ਆਪਣੇ ਬਿਆਨ ਦੇ ਰਾਹੀਂ ਇਹ ਗੱਲ ਕੀਤੀ ਹੈ ਕਿ ਉਹਨਾਂ ਅੱਗੇ ਬਹੁਤ ਸਾਰੀਆਂ ਆਪਸ਼ਨਸ ਜਿਹੜੀਆਂ ਉਹ ਖੁੱਲ੍ਹੀਆਂ ਨੇ। ਰਾਜਨੀਤੀ ਕਦੀ ਵੀ ਆਪਸ਼ਨਸ ਜਿਹੜੇ ਉਹ ਬੰਦ ਨਹੀਂ ਹੁੰਦੇ, ਦਰਵਾਜ਼ੇ ਬੰਦ ਨਹੀਂ ਹੁੰਦੇ। ਔਰ ਆਪਣੇ ਸਾਥੀਆਂ ਕਾਉਂਸਲ ਆਫ ਮਿਨਿਸਟਰਸ ਨੇ ਵੀ ਜਿਹੜਾ ਅਸਤੀਫਾ ਦਿੱਤਾ, ਔਰ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਕਿ ਸਾਰੇ ਮਿਨਿਸਟਰਸ ਜਿਹੜੇ ਆ ਜਿਨ੍ਹਾਂ ਨੇ ਅਸਤੀਫਾ ਦਿੱਤਾ, ਆਪਣੇ ਸਾਥੀਆਂ ਦੇ ਨਾਲ ਲਗਭਗ ਉਹ ਆਸ ਤੇ ਕਰਦੇ ਨੇ ਕਿ 50+ MLAs ਜਿਹੜੇ ਉਹਨਾਂ ਦੇ ਨਾਲ ਹੈਗੇ ਨੇ, ਉਹ ਉਹਨਾਂ ਦੇ ਨਾਲ ਮਿਲ ਕੇ ਸਲਾਹ ਮਸ਼ਵਰਾ ਕਰਕੇ ਹੀ ਅਗਲਾ ਸਟੈਪ ਲੈਣਗੇ। ਸੋ ਇਹ ਭਵਿੱਖ ਦੀ ਗੋਦ ਦੇ ਵਿੱਚ ਹੈਗੀ। ਅਗਲੀ ਗੱਲ ਕੀ ਉਹ ਕਿਸ ਪਾਰਟੀ ਨੂੰ ਜੁਆਇਨ ਕਰਦੇ ਨੇ, ਕਾਂਗਰਸ ਵਿੱਚ ਰਹਿੰਦੇ ਕਿ ਨਹੀਂ ਰਹਿੰਦੇ। ਔਰ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਕਾਂਗਰਸ ਪ੍ਰਧਾਨ ਸ਼੍ਰੀਮਤੀ ਸੋਨੀਆ ਗਾਂਧੀ ਨੇ ਉਹਨਾਂ ਨੂੰ ਟੈਲੀਫੋਨਿਕ ਗੱਲਬਾਤ ਦੇ ਉੱਤੇ ਜਿਹੜਾ ਉਹ ਸੌਰੀ ਕਿਹਾ ਸੀ, ਕਿਉਂਕਿ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਇਹੀ ਆਸ ਦਿੱਤੀ ਸੀ ਕਿ ਭਾਵੇਂ ਕੁਝ ਵੀ ਹੋ ਜਾਏ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੀ ਰਹਿਣਗੇ ਔਰ ਅਗਲੀਆਂ ਚੋਣਾਂ ਵੀ ਉਹਨਾਂ ਦੇ ਚਿਹਰੇ ਦੇ ਨਾਮ ਤੇ ਹੀ ਲੜੀਆਂ ਜਾਣਗੀਆਂ। ਪਰ ਇਸ ਵਾਰ ਹਾਈ ਕਮਾਂਡ ਨੇ ਜਿਹੜਾ ਸੋਨੀਆ ਗਾਂਧੀ ਵੱਲੋਂ ਉਹਨਾਂ ਨੂੰ ਸੌਰੀ ਜਿਹੜੀ ਕਹਿ ਦਿੱਤੀ ਗਈ, ਸਪਸ਼ਟ ਤੌਰ ਤੇ ਉਹਨਾਂ ਨੇ ਕਹਿ ਦਿੱਤਾ ਗਿਆ ਕਿ ਉਹਨਾਂ ਨੂੰ ਇਹ ਸਟੈਪ ਲੈਣਾ ਹੀ ਪੈਣਾ ਸੀ, ਮਜਬੂਰਨ ਲੈਣਾ ਪੈਣਾ ਸੀ, ਸਾਰੇ ਸਿਨੈਰੀਓ ਨੂੰ, ਹਾਲਾਤਾਂ ਨੂੰ ਦੇਖਦੇ ਹੋਏ ਲੈਣਾ ਹੀ ਪੈਣਾ ਸੀ। ਸੋ ਇਸ ਕਰਕੇ ਰਾਜਨੀਤੀ ਦੇ ਦਰਵਾਜ਼ੇ ਤਾਂ ਕਦੀ ਬੰਦ ਨਹੀਂ ਹੁੰਦੇ। ਉਮੀਦ ਹੈ ਕਿ ਕੈਪਟਨ ਅਮਰਿੰਦਰ ਸਿੰਘ ਜਾਂ ਬਹੁਤ ਸਾਰੇ ਸਕੋਪਸ ਹੈਗੇ ਨੇ, ਪਾਰਟੀ ਵੀ ਆਪਣੀ ਬਣਾ ਸਕਦੇ ਨੇ। ਕਿਤੇ ਨਾ ਕਿਤੇ ਭਾਜਪਾ ਦੇ ਨਾਲ ਵੀ ਉਹਨਾਂ ਦੀ ਤਾਰ ਕੋਈ ਜੁੜੀ ਨਜ਼ਰ ਆ ਸਕਦੀ ਹੈ, ਕਿਉਂਕਿ ਹੋਮ ਮਿਨਿਸਟਰ ਦੇ ਨਾਲ ਵੀ ਉਹਨਾਂ ਦੇ ਅੱਛੇ ਸੰਬੰਧ ਨੇ, ਪ੍ਰਾਈਮ ਮਿਨਿਸਟਰ ਦੇ ਨਾਲ ਵੀ ਉਹਨਾਂ ਦੇ ਅੱਛੇ ਸੰਬੰਧ ਨੇ। ਸੋ ਉਹ ਰਾਜਨੀਤਿਕ ਸਥਿਤੀ ਨੂੰ ਆਪਣੇ ਲੋਕਾਂ ਨੂੰ ਭਾਂਪਦੇ ਹੋਏ
ਜੇ ਉਹ ਸਮਝਦੇ ਹੋਣਗੇ ਕਿ ਉਹ ਕਿਸੇ ਤਰੀਕੇ ਨਾਲ ਵੋਟਾਂ ਲੋਕਾਂ ਕੋਲ ਲੈ ਸਕਦੇ ਤੇ ਉਸ ਤਰੀਕੇ ਦਾ ਹੀ ਡਿਸੀਜਨ ਉਹ ਰਾਜਨੀਤਿਕ ਆਪਣੀ ਅਗਲੇ ਜੀਵਨ ਦੇ ਵਿੱਚ ਲੈਣਗੇ। ਔਰ ਉਹਨਾਂ ਨੇ ਗੱਲ ਕਲੀਅਰ ਵੀ ਕਰ ਦਿੱਤੀ ਹੈ ਕਿ ਕੋਈ ਨਾ ਕੋਈ ਗਤੀਵਿਧੀ, ਕੋਈ ਨਾ ਕੋਈ ਡਿਸੀਜਨ ਉਹ ਜ਼ਰੂਰ ਲੈਣਗੇ, ਪਿੱਛੇ ਨਹੀਂ ਹਟਣਗੇ, ਨਹੀਂ ਤਾਂ ਉਹ ਜਿੰਨੀ ਦੇਰ ਉਹਨਾਂ ਦਾ ਜੀਵਨ ਹੈਗਾ ਉਹ ਰਾਜਨੀਤਿਕ ਜੀਵਨ ਨੂੰ ਕਦੀ ਵੀ ਛੱਡਣਗੇ। ਤੇ ਪਵਨਦੀਪ ਜੀ, ਕੀ ਲੱਗਦਾ ਹੈ ਕਿ ਬਹੁਤ ਹੀ ਘੱਟ ਸਮਾਂ ਰਹਿ ਗਿਆ, ਭਾਵੇਂ ਅੱਜ ਨਵੇਂ ਸੀਐਮ ਦੀ ਨਿਯੁਕਤੀ ਹੋ ਗਈ ਹੈ, ਕਾਂਗਰਸ ਨੇ ਇੱਕਦਮ ਤਖਤਾ ਪਲਟ ਕਰ ਦਿੱਤਾ ਹੈ, ਨਵੀਂ ਇੱਕ ਪਹਿਚਾਨ, ਨਵਾਂ ਚਿਹਰਾ ਜਨਤਾ ਦੇ ਸਾਹਮਣੇ ਲੈ ਆਉਂਦਾ ਹੈ, ਪਰ ਸਮਾਂ ਜਿਹੜਾ ਬਹੁਤ ਹੀ ਘੱਟ ਹੈ, ਤਕਰੀਬਨ ਲਗਭਗ 100 ਦਿਨ ਦੇ ਵਿੱਚ ਕੀ ਕਾਬਲੀਅਤ ਵਿਖਾ ਸਕਦੇ ਨੇ ਉਹ ਆਪਣੀ ਆਉਣ ਵਾਲੇ ਸਮੇਂ ਦੇ ਵਿੱਚ, ਲੋਕਾਂ ਨੂੰ ਲੁਭਾ ਸਕਦੇ ਨੇ ਜਨਤਾ ਨੂੰ ਆਪਣੇ ਵੱਲ, ਕਿ ਜਨਤਾ ਦੇ ਸਵਾਲਾਂ ਤੇ ਖਰਾ ਉਤਰ ਸਕਦੇ ਨੇ, ਕੀ ਹੋਵੇਗਾ? ਦੀਪ, ਬਿਲਕੁਲ ਠੀਕ ਗੱਲ ਹੈਗੀ ਆ। ਸਿਆਸੀ ਤਮਾਸ਼ੇ ਜਾਂ ਇਸ ਤਰ੍ਹਾਂ ਦੀ ਕਲਾਬਾਜ਼ੀਆਂ ਸਿਆਸਤ ਦੇ ਵਿੱਚ ਤੇ ਚੱਲਦੀਆਂ ਰਹਿੰਦੀਆਂ ਨੇ, ਪਰ ਜੇ ਜੋ ਇਸ਼ੂਜ਼ ਨੇ ਪੰਜਾਬ ਦੇ, ਚਾਹੇ ਉਹ ਬਰਗਾੜੀ ਕਾਂਡ ਹੋਵੇ, ਬੇਦਬੀ ਦੇ ਹੋਣ, ਅਨਐਮਪਲੋਇਮੈਂਟ ਦੇ ਹੋਣ, ਚੀਪਰ ਇਲੈਕਟ੍ਰਿਸਿਟੀ ਦੇ ਹੋਣ, ਬਹੁਤ ਸਾਰੇ ਲੋਕਾਂ ਨੂੰ ਗਰਾਊਂਡ ਲੈਵਲ ਤੇ ਰਿਲੀਫ ਦੇਣਾ, ਕਿਸ ਤਰ੍ਹਾਂ ਬੇਰੁਜ਼ਗਾਰੀ ਨੂੰ ਖਤਮ ਕਰਨਾ, ਲਾਅ ਐਂਡ ਆਰਡਰ ਦੀ ਸਥਿਤੀ ਨੂੰ ਕਿਵੇਂ ਮੇਨਟੇਨ ਕਰਨਾ, ਇਹ ਸਾਰੇ ਜਿਹੜੇ ਇਸ਼ੂਜ਼ ਨੇ ਉਹ ਜਿੰਨੀ ਦੇਰ ਤੱਕ ਐਡਰੈਸ ਨਹੀਂ ਕਰਦੀ ਕੋਈ ਵੀ ਲੀਡਰ ਜਾਂ ਸਰਕਾਰ, ਉਨੀ ਦੇਰ ਤੱਕ ਉਹਨਾਂ ਵਾਸਤੇ ਅਗਲਾ ਸਮਾਂ ਜਿਹੜਾ ਚੁਣੌਤੀਆਂ ਭਰਾ ਹੀ ਰਹੇਗਾ। ਔਰ ਚੀਫ ਮਿਨਿਸਟਰ ਨੂੰ ਬਦਲਣਾ ਇਹ ਕੋਈ ਜਾਦੂ ਦੀ ਝੜੀ ਨਹੀਂ ਹੈਗੀ ਕਿ ਰਾਤੋਂ ਰਾਤ ਹੀ ਜਿਹੜੇ ਉਹ ਸਾਰੇ ਕੰਮਾਂ ਨੂੰ ਐਡਰੈਸ ਕਰ ਪਾਉਣਗੇ। ਇਹ ਇੱਕ ਚਿਹਰਾ ਬਦਲਿਆ ਹੈਗਾ ਤਾਂ ਕਿ ਪਾਰਟੀ ਦੇ ਵਿੱਚ ਨਵੀਂ ਜਾਨ ਫੂਕੀ ਜਾ ਸਕੇ, ਲੋਕਾਂ ਨੂੰ ਕੋਈ ਨਵੇਂ ਭਰਮ ਦੇ ਵਿੱਚ ਲੈ ਕੇ ਆਂਦਾ ਜਾ ਸਕੇ, ਲੋਕ ਜਿਹੜੇ ਉਹ ਅਲੱਗ ਸਿਨੈਰੀਓ ਦੇ ਨਾਲ, ਅਲੱਗ ਵਿਜ਼ਨ ਦੇ ਨਾਲ ਜਿਹੜਾ ਕਾਂਗਰਸ ਪਾਰਟੀ ਨੂੰ ਦੇਖਣਾ ਸ਼ੁਰੂ ਕਰ ਦੇਣ। ਪਰ ਚਰਨਜੀਤ ਸਿੰਘ ਚੰਨੀ ਜਿਨ੍ਹਾਂ ਨੂੰ ਮੁੱਖ ਮੰਤਰੀ ਘੋਸ਼ਿਤ ਕਰ ਦਿੱਤਾ ਗਿਆ, ਇਹ ਬੜੇ ਕਹਿ ਸਕਦੇ ਹਾਂ ਕਿ ਪਿਛਲੇ ਸਮੇਂ ਦੇ ਵਿੱਚ ਇਹਨਾਂ ਉੱਤੇ ਬਹੁਤ ਸਾਰੇ ਇਲਜ਼ਾਮ ਵੀ ਲੱਗੇ। ਇੱਕ IAS ਅਫਸਰ ਵੱਲੋਂ ਵੀ ਛੇੜਛਾੜ ਦਾ ਇਲਜ਼ਾਮ ਇਹਨਾਂ ਦੇ ਖਿਲਾਫ ਲਗਾਇਆ ਗਿਆ। ਪਿਛਲੇ ਸਮੇਂ ਦੇ ਵਿੱਚ ਜਿਹੜੇ ਵੂਮਨ ਕਮਿਸ਼ਨ ਦੇ ਚੇਅਰਮੈਨ ਨੇ, ਉਹਨਾਂ ਨੇ ਵੀ ਇਹ ਗੱਲ ਕੀਤੀ ਸੀ ਕਿ ਜੇ ਚਰਨਜੀਤ ਚੰਨੀ ਖਿਲਾਫ ਕੋਈ ਸਰਕਾਰ ਰਿਪੋਰਟ ਪੇਸ਼ ਨਹੀਂ ਕਰਦੀ ਤੇ ਉਹ ਚੰਡੀਗੜ੍ਹ ਦੇ ਵਿੱਚ ਧਰਨੇ ਉੱਤੇ ਬੈਠ ਜਾਣਗੇ। ਕਰਪਸ਼ਨ ਦੇ ਇਲਜ਼ਾਮ ਵੀ ਕਈ ਵਾਰ ਉਹਨਾਂ ਦੇ ਉੱਤੇ ਲੱਗੇ, ਔਰ ਬਹੁਤ ਸਾਰੀ ਇਨਐਫੀਸ਼ੀਐਂਸੀ ਦੇ ਇਲਜ਼ਾਮ ਵੀ ਉਹਨਾਂ ਦੇ ਉੱਪਰ ਲੱਗੇ। ਕਈ ਵਾਰ ਵਿਧਾਨ ਸਭਾ ਦੇ ਵਿੱਚ ਵੀ ਇਹਨਾਂ ਨੂੰ ਮਜ਼ਾਕ ਦਾ ਪਾਤਰ ਬਣਾਇਆ ਗਿਆ। ਸੋ ਇਦਾਂ ਦੇ ਸਾਰੇ ਇਸ਼ੂਜ਼ ਹੁਣ ਗਰਾਊਂਡ ਲੈਵਲ ਦੇ ਉੱਤੇ ਕਿੰਨੀ ਸੂਝ-ਬੂਝ ਦਾ ਇਸਤੇਮਾਲ ਕਰਦੇ ਨੇ, ਪੰਜਾਬ ਦੇ ਇਸ਼ੂਜ਼ ਨੂੰ ਕਿੱਦਾਂ ਐਡਰੈਸ ਕਰਦੇ ਨੇ, ਇਹ ਤੇ ਆਉਣ ਵਾਲਾ ਸਮਾਂ ਹੀ ਦੱਸੇਗਾ। ਪਰ ਮੈਨੂੰ ਕਿਤੇ ਵੀ ਇਦਾਂ ਦਾ ਨਜ਼ਰ ਦੇ ਵਿੱਚ ਨਹੀਂ ਆ ਰਿਹਾ, ਜੋ ਮੇਰੀ ਨਜ਼ਰ ਦੇ ਨਜ਼ਦੀਕ ਹੈਗਾ, ਮੇਰੀ ਸਮਝ ਦੇ ਵਿੱਚ ਅਜੇ ਨਹੀਂ ਆ ਰਿਹਾ ਕਿ ਇੰਨੇ ਥੋੜੇ ਸਮੇਂ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਪਰਫਾਰਮ ਜਿਹੜਾ ਕਰ ਸਕਣ। ਜਿਸ ਤਰ੍ਹਾਂ ਕਿ ਨਵਜੋਤ ਸਿੰਘ ਸਿੱਧੂ ਹਮੇਸ਼ਾ ਅਕਾਲੀ ਦਲ ਦੇ ਵਿਰੋਧ ਦੇ ਵਿੱਚ ਗੱਲ ਆਪਣੀ ਰੱਖਦੇ ਨੇ, ਬਿਕਰਮ ਮਜੀਠੀਆ ਉੱਤੇ ਇਲਜ਼ਾਮ ਲਗਾਉਂਦੇ ਨੇ, ਨਸ਼ੇ ਦੇ ਸੌਦਾਗਰੀ ਦਾ, ਸੁਖਬੀਰ ਸਿੰਘ ਬਾਦਲ ਤੇ ਇਲਜ਼ਾਮ ਲਾਉਂਦੇ ਨੇ ਕਿ ਉਹਨਾਂ ਨੇ ਬਹੁਤ ਸਾਰੀ ਗੈਰ ਕਾਨੂੰਨੀ ਤਰੀਕਿਆਂ ਦੇ ਨਾਲ ਬਿਜ਼ਨਸ ਕੀਤੇ, ਵੱਡੇ ਵੱਡੇ ਹੋਟਲ ਬਣਾ ਲਏ, ਪ੍ਰਾਪਰਟੀਆਂ ਬਣਾਈਆਂ। ਪਰ ਉਹ ਸਾਰੀਆਂ ਜਿਹੜੀਆਂ ਗੱਲਾਂ ਹੈਗੀਆਂ, ਇੱਕ ਸ਼ਬਦੀ ਗੱਲਾਂ ਜਿਹੜੀਆਂ ਉਹ ਹੋਰ ਹੁੰਦੀਆਂ ਨੇ, ਪਰ ਅਮਲੀ ਜਾਮਾ ਬਣਾਉਣਾ ਉਹਨਾਂ ਗੱਲਾਂ ਨੂੰ ਪ੍ਰੈਕਟੀਕਲ ਵੇ ਦੇ ਨਾਲ, ਇਹ ਦੇਸ਼ ਜਿਹੜਾ ਲਾਅ ਦੇ ਨਾਲ ਚੱਲਦਾ, ਲਾਅ ਆਫ ਦੀ ਲੈਂਡ ਹਮੇਸ਼ਾ ਲਾਗੂ ਹੁੰਦਾ। ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਰਾਜਨੀਤਿਕ ਵੰਡੇਰਤਾ ਦੇ ਤਹਿਤ ਜਿਹੜਾ ਉਹ ਚੱਕ ਕੇ ਉਸ ਤਰ੍ਹਾਂ ਜੇਲ੍ਹ ਦੇ ਵਿੱਚ ਨਹੀਂ ਸੁੱਟਿਆ ਜਾ ਸਕਦਾ। ਇਸ ਕਰਕੇ ਇਹ ਸਾਰੀਆਂ ਚੀਜ਼ਾਂ ਨੂੰ ਗਰਾਊਂਡ ਦੇ ਉੱਤੇ ਇੰਪਲੀਮੈਂਟ ਕਰਨਾ ਬਹੁਤ ਵੱਡੀ ਇੱਕ ਚੈਲੰਜ ਹੋਏਗਾ ਆਉਣ ਵਾਲੇ ਮੁੱਖ ਮੰਤਰੀ ਦੇ ਲਈ। ਸੋ ਹੁਣ ਵੇਖਣਾ ਇਹ ਹੈ ਕਿ ਆਖਿਰਕਾਰ ਇਹ ਕਾਂਗਰਸ ਪਾਰਟੀ ਵੱਲੋਂ ਚੱਲਿਆ ਗਿਆ ਸਿਆਸੀ ਪੈਦਲਾ ਕਿੰਨਾ ਕੁ ਕਾਮਯਾਬ ਸਾਬਿਤ ਹੁੰਦਾ ਹੈ, ਆਗਾਮੀ ਚੋਣਾਂ ਦੇ ਵਿੱਚ ਕੀ ਛਾਪ ਛੱਡਦਾ ਹੈ, ਕੀ ਇਹ ਲੋਕਾਂ ਦੇ ਦਿਲਾਂ ਨੂੰ ਕਿਸ ਤਰ੍ਹਾਂ ਲੁਭਾਉਂਦਾ ਹੈ, ਕੀ ਲੋਕਾਂ ਦੇ ਦਿਲਾਂ ਤੇ ਰਾਜ ਕਰਦਾ ਹੈ ਜਾਂ ਨਹੀਂ। ਭਾਵ ਜਿਹੜੇ ਕੰਮ ਕੈਪਟਨ ਸਾਹਿਬ ਦੇ ਸਮੇਂ ਦੇ ਵਿੱਚ ਨਹੀਂ ਹੋ ਪਾਏ, ਕੀ ਹੁਣ 100 ਦਿਨਾਂ ਦੇ ਲਗਭਗ 100 ਦਿਨ ਰਹਿ ਗਏ ਨੇ, ਇਸ ਘੱਟ ਸਮੇਂ ਦੇ ਵਿੱਚ ਇਹ ਕੰਮ ਹੋ ਪਾਣਗੇ। ਸੋ ਜਨਤਾ ਦੇ ਹੱਥ ਵਿੱਚ ਹੈ ਫੈਸਲਾ। ਫਿਲਹਾਲ ਸਾਨੂੰ ਸਿਆਸੀ ਚਰਚਾ ਨੂੰ ਦੇਣਾ ਪਵੇਗਾ ਇੱਥੇ ਹੀ ਵਿਰਾਮ। ਸੋ ਤੁਸੀਂ ਵੇਖ ਰਹੇ ਸੀ ਪ੍ਰੋਗਰਾਮ ਸਿਆਸਤ ਗਰਮ ਹੈ। ਕਿਸੇ ਨਵੇਂ ਵਿਸ਼ੇ ਦੇ ਨਾਲ ਫਿਰ ਤੋਂ ਵਾਪਸ ਆਵਾਂਗੇ ਪ੍ਰੋਗਰਾਮ ਸਿਆਸਤ ਗਰਮ ਹੈ ਲੈ ਕੇ। ਨਮਸਤੇ ਪੰਜਾਬ ਨਿਊਜ਼ ਤੇ ਫਿਲਹਾਲ ਮੈਨੂੰ ਦਿਓ ਇਜਾਜ਼ਤ। ਧੰਨਵਾਦ।